ਹਨ। जिस वक्त दो राहियां ने भाई बौद्धा सिंह ते गरजा सिंह नूं आराम करदियां वेखिया, उस वक्त दोवां राहियां ने आपस विच जो विचारां कीतियां, जो गल्लां कीतियां खालसे दे खिलाफ, ਉਹ ਗੱਲਾਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਦਿਲ ਨੂੰ ਵਿੰਨ ਕੇ ਚਲੇ ਗਈਆਂ ਕਿ ਵਾਕਈ ਹੀ ਜੋ ਰਾਈ ਕਹਿ ਰਹੇ ਹਨ ਉਹ ਸੱਚ ਹੈ। ਖਾਲਸਾ ਕਿਸੇ ਤੋਂ ਡਰਦਾ ਨਹੀਂ ਹੁੰਦਾ, ਖਾਲਸਾ ਆਪਣੀ ਜਾਨ ਨਹੀਂ ਬਚਾਉਂਦਾ ਹੁੰਦਾ, ਪਰ ਆਪਾਂ ਤੇ ਡਰ ਵੀ ਰਹੇ ਹਾਂ, ਆਪਣੀ ਜਾਨ ਬਚਾਉਣ ਵਾਸਤੇ ਲੁਕੇ ਛਿਪੇ ਫਿਰਦੇ ਹਾਂ। ਇਹ ਸਾਡਾ ਖਾਲਸੇ ਪੁਣੇ ਦੀ ਨਿਸ਼ਾਨੀ ਨਹੀਂ। ਇਸ ਕਰਕੇ ਹੁਣ ਕੋਈ ਨਾ ਕੋਈ ਅਜਿਹਾ ਕਾਰਨਾਮਾ ਕੀਤਾ ਜਾਵੇ ਜੋ ਲੋਕ ਸਾਡੇ ਬਾਰੇ ਅਜਿਹੀਆਂ ਗੱਲਾਂ ਕਰ ਰਹੇ ਹਨ, ਉਹਨਾਂ ਲੋਕਾਂ ਦਾ ਮੂੰਹ ਬੰਦ ਕੀਤਾ ਜਾਵੇ। ਤੇ ਜੋ ਜ਼ਕਰੀਆ ਖਾਨ ਇਹ ਸਮਝ ਕੇ ਬੈਠਾ ਹੈ ਕਿ ਪੰਜਾਬ ਦੇ ਵਿੱਚੋਂ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ, ਮੁਗਲਾਂ ਦਾ ਰਾਜ ਹੈ, ਸਾਡਾ ਰਾਜ ਹੈ, ਉਹਦਾ ਇਹ ਵੀ ਭਰਮ ਦੂਰ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਮੁਗਲਾਂ ਦਾ ਰਾਜ ਨਹੀਂ, ਤੁਰਕਾਂ ਦਾ ਰਾਜ ਨਹੀਂ, ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਹੈ ਤੇ ਸਿੱਖ ਟੈਕਸ ਵਸੂਲ ਰਹੇ ਹਨ। ਇਸ ਤਰੀਕੇ ਨਾਲ ਦੋਵਾਂ ਜਾਣਿਆਂ ਨੇ ਗੁਰਮਤਾ ਪਕਾਇਆ ਕਿ ਕੋਈ ਕਾਰਨਾਮਾ ਕੀਤਾ ਜਾਵੇ ਇਸ ਧਰਤੀ ਦੇ ਉੱਤੇ। ਇਹਨਾਂ ਦੋਵਾਂ ਜਾਣਿਆਂ ਨੇ ਨੂਰਦੀਨ ਦੀ ਸਰਾਹ, ਜੋ ਕਿ ਜਰਨੈਲੀ ਸੜਕ ਦੇ ਉੱਤੇ ਹੈ, ਜੋ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਸਿੱਧੀ ਸੜਕ ਆਉਂਦੀ ਜਾਂਦੀ ਹੈ, ਉਹਦੇ ਉੱਤੇ ਇੱਕ ਤਰਨਤਾਰਨ ਏਰੀਆ ਜਿਹਨੂੰ ਅੱਜ ਵਰਤਮਾਨ ਵਿੱਚ ਆਪਾਂ ਤਰਨਤਾਰਨ ਜ਼ਿਲ੍ਹਾ ਕਰਕੇ ਜਾਣਦੇ ਹਾਂ, ਉਸ ਵਕਤ ਨੂਰਦੀਨ ਦੀ ਸਰਾਹ ਸੜਕ ਦੇ ਉੱਤੇ ਹੈ। ਇਹਨਾਂ ਦੋਵਾਂ ਨੇ ਕਬਜ਼ਾ ਕੀਤਾ ਅਤੇ ਨਾਕਾ ਲਾ ਕੇ ਦੋਵਾਂ ਜਾਣਿਆਂ ਨੇ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਜਿਹੜਾ ਵੀ ਆਉਣ ਜਾਣ ਵਾਲਾ ਰਾਈ ਸੀ, ਇਹਨਾਂ ਨੇ ਟੈਕਸ ਲੈਣਾ ਅਤੇ ਜਿੰਨੇ ਨਹੀਂ ਦੇਣਾ ਉਹਨੂੰ ਇਹਨਾਂ ਨੇ ਢਾਹ ਲੈਣਾ ਤੇ ਨਾਲੇ ਛਿੱਤਰ ਪਰੇਡ ਕਰਨੀ ਤੇ ਨਾਲੇ ਫਿਰ ਉਹਨਾਂ ਕੋਲ ਟੈਕਸ ਲੈਣਾ। ਇਹਦਾ ਮਕਸਦ ਇਹ ਸੀ ਕਿ ਇਹ ਲੋਕ ਜਿਹੜੇ ਟੈਕਸ ਦੇ ਰਹੇ ਹਨ ਜਾ ਕੇ ਲਾਹੌਰ ਜਾ ਕੇ ਗੱਲ ਪਹੁੰਚਾਉਣ ਕਿ ਤੁਸੀਂ ਲੋਕ ਕਹਿ ਰਹੇ ਨੇ ਕਿ ਪੰਜਾਬ ਵਿੱਚ ਸਿੱਖਾਂ ਦਾ ਰਾਜ ਨਹੀਂ, ਸਾਡਾ ਰਾਜ ਹੈ, ਪੰਜਾਬ ਦੇ ਵਿੱਚੋਂ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ, ਪਰ ਉਹ ਜਿਹੜੇ ਉੱਥੇ ਸਿੱਖ ਬੈਠੇ ਹੋਏ ਹਨ, ਰਾਜ ਕਰ ਰਹੇ ਹਨ। ਇਸ ਕਰਕੇ ਜਿਹੜਾ ਲੋਕਾਂ ਨੂੰ ਪਤਾ ਚੱਲ ਸਕੇ ਅਤੇ ਜ਼ਕਰੀਆ ਖਾਨ ਤੱਕ ਗੱਲ ਪਹੁੰਚ ਸਕੇ, ਇਹਨਾਂ ਦੋਵਾਂ ਸਿੱਖਾਂ ਨੇ ਟੈਕਸ ਵਸੂਲਣਾ ਸ਼ੁਰੂ ਕੀਤਾ। ਭਾਈ ਰਤਨ ਸਿੰਘ ਜੀ ਕਹਿੰਦੇ ਕਾਫੀ ਲੰਬੇਰਾ ਸਮਾਂ ਹੋ ਗਿਆ, ਜਿਹੜੇ ਰਾਈ ਆਉਣ ਜਾਣ ਵਾਲੇ ਸਨ ਟੈਕਸ ਤੇ ਦੇ ਰਹੇ ਸਨ, ਕੁੱਟ ਵੀ ਖਾ ਰਹੇ ਸਨ, ਪਰ ਕੋਈ ਵੀ ਸਰਕਾਰ ਤੱਕ ਗੱਲ ਨਹੀਂ ਸੀ ਪਹੁੰਚ ਰਹੀ, ਨਾ ਹੀ ਸਰਕਾਰ ਵੱਲੋਂ ਕੋਈ ਹਰਕਤ ਹੋ ਰਹੀ ਸੀ। ਤੇ ਫਿਰ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਫੈਸਲਾ ਕੀਤਾ ਕਿ ਚਿੱਠੀ ਲਿਖ ਕੇ ਭੇਜੀ ਜਾਵੇ। ਇਹਨਾਂ ਦੋਵਾਂ ਜਾਣਿਆਂ ਨੇ ਫਿਰ ਇੱਕ ਚਿੱਠੀ ਲਿਖੀ ਹੈ ਅਤੇ ਉਹ ਚਿੱਠੀ ਦਿੱਲੀ ਤੋਂ ਇੱਕ ਦਸਤਾ ਆ ਰਿਹਾ ਸੀ, ਜਿਹੜਾ ਸਰਕਾਰੀ ਦਸਤਾ ਸੀ, ਸਰਕਾਰ ਦੇ ਕੁਝ ਬੰਦੇ ਆ ਰਹੇ ਸਨ। ਇਹਨਾਂ ਨੇ ਉਹਨਾਂ ਨੂੰ ਘੇਰਿਆ ਤੇ ਘੇਰ ਕੇ ਉਹ ਚਿੱਠੀ ਲਿਖੀ। ਉਹ ਚਿੱਠੀ ਦੇ ਬੋਲ ਭਾਈ ਰਤਨ ਸਿੰਘ ਜੀ ਨੇ ਇਸ ਗ੍ਰੰਥ ਵਿੱਚ ਲਿਖੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜੋ ਚਿੱਠੀ ਲਿਖੀ ਹੈ ਬੋਤਾ ਸਿੰਘ ਨੇ, ਉਹ ਇਸ ਤਰੀਕੇ ਨਾਲ ਹੈ, ਚਿੱਠੀ ਲਿਖੈ ਜੌ ਸਿੰਘ ਬੋਤਾ। ਆ ਜਿਹੜੀ ਚਿੱਠੀ ਹੈ ਮੈਂ ਬੋਤਾ ਸਿੰਘ ਲਿਖ ਰਿਹਾ ਹਾਂ। ਹੱਥ ਹੈ ਸੋਟਾ ਵਿੱਚ ਰਾਹ ਖੜੋਤਾ, ਹੱਥ ਹੈ ਸੋਟਾ ਵਿੱਚ ਰਾਹ ਖਲੋਤਾ, ਮੇਰੇ ਹੱਥ ਦੇ ਵਿੱਚ ਸੋਟਾ ਹੈ ਤੇ ਮੈਂ ਜਰਨੈਲੀ ਸੜਕ ਦੇ ਉੱਤੇ ਰਾਹ ਦੇ ਵਿੱਚ ਨਾਕਾ ਲਾ ਕੇ ਖਲੋਤਾ ਹੋਇਆ ਹਾਂ। ਆਨਾ ਲਾਇਆ ਗੱਡੇ ਨੂੰ ਪੈਸਾ ਲਾਏ ਖੋਤਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ। ਜਿਹੜਾ ਕੋਈ ਗੱਡਾ ਆਉਂਦਾ ਉਹਦੇ ਕੋਲ ਮੈਂ ਆਨਾ ਲੈਣਾ ਹਾਂ, ਤੇ ਜੇ ਕੋਈ ਗੱਡਾ ਆਉਂਦਾ ਹੈ, ਖੋਤਾ ਆਉਂਦਾ, ਉਹਦੇ ਕੋਲ ਮੈਂ ਪੈਸਾ ਲੈਣਾ ਹਾਂ, ਕਿਉਂਕਿ ਉਹਨਾਂ ਦਿਨਾਂ ਵਿੱਚ ਇਹ ਪੈਸੇ ਆਨੇ ਹੀ ਚੱਲਦੇ ਹੁੰਦੇ ਸਨ। ਤੇ ਜੇ ਕੋਈ ਗੱਡੇ ਵਾਲਾ ਆ ਜਾਣਾ, ਉਹਦੇ ਕੋਲ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਨਾ ਲੈਣਾ, ਜੇ ਕੋਈ ਖੋਤੇ ਵਾਲਾ ਆ ਜਾਣਾ ਉਹਦੇ ਕੋਲ ਪੈਸਾ ਲੈ ਕੇ ਛੱਡ ਦੇਣਾ। ਆਖੋ ਭਾਬੀ ਖਾਨੋ ਨੂੰ ਜੋ ਆਖੈ ਸਿੰਘ ਬੋਤਾ, ਆਖੋ ਭਾਬੀ ਖਾਨੋ ਨੂੰ ਜੋ ਆਖੈ ਸਿੰਘ ਬੋਤਾ। ਇਹ ਚਿੱਠੀ ਦੇ ਐਂਡਲੀਆਂ 17 ਹਨ। ਭਾਈ ਬੋਤਾ ਸਿੰਘ ਕਹਿੰਦੇ ਹਨ ਆ ਜੋ ਮੈਂ ਲਿਖ ਦਿੱਤਾ ਹੈ ਜਾ ਕੇ ਭਾਬੀ ਖਾਨੋ ਤੋਂ ਭਾਵ ਕਿ ਜ਼ਕਰੀਆ ਖਾਨ ਨੂੰ ਲਾਹੌਰ ਵਿੱਚ ਜਾ ਕੇ ਕਹਿ ਦੇਣਾ
ਕਿ ਨੂਰਦੀਨ ਦੀ ਸਰਾਂ ਦੇ ਕੋਲ ਜੋ ਲਿਖਿਆ ਚੌ ਸਿੰਘ ਚਿੱਠੀ ਚੌ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾਹ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਜੋ ਆਖੇ ਸਿੰਘ ਬੋਤਾ ਕਿ ਜਾ ਕੇ ਕਹਿ ਦੇਣਾ ਜ਼ਕਰੀਆ ਖਾਨ ਨੂੰ ਕਿ ਨੂਰਦੀਨ ਦੀ ਸਰਾਂ ਦੇ ਕੋਲ ਸਿੱਖਾਂ ਨੇ ਭਾਈ ਬੋਤਾ ਸਿੰਘ ਨੇ ਨਾਕਾ ਲਾਇਆ ਹੈ ਅਤੇ ਆਉਣ ਜਾਣ ਵਾਲੇ ਕੋ ਰਾਹੀ ਦੇ ਕੋਲੋਂ ਟੈਕਸ ਲੈ ਕੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ। ਚੌਪਈ ਖਾਨੋ ਸੁਣਦੇ ਹੀ ਫੌਜ ਚੜਾਏ। ਖਾਨੋ ਸੁਣਦੇ ਹੀ ਫੌਜ ਚੜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਇਹ ਚਿੱਠੀ ਲਿਖੀ ਤੇ ਉਹਨਾਂ ਸਰਕਾਰੀ ਬੰਦਿਆਂ ਨੂੰ ਦਿੱਤੀ, ਉਹ ਸਿੱਧੇ ਦਰਬਾਰ ਦੇ ਵਿੱਚ ਗਏ ਤੇ ਜਾ ਕੇ ਜ਼ਕਰੀਆ ਖਾਨ ਨੂੰ ਚਿੱਠੀ ਪੜ੍ਹ ਕੇ ਸੁਣਾਈ। ਚਿੱਠੀ ਪੜ੍ਹਦੇ ਸਾਰ ਹੀ ਜ਼ਕਰੀਆ ਖਾਨ ਦੇ ਜਿਹੜਾ ਅੱਗ ਦੇ ਨਾਲ ਸੜ ਬਲ ਉੱਠਿਆ, ਈਰਖਾ ਦੇ ਨਾਲ ਸੜ ਬਲ ਉੱਠਿਆ, ਕ੍ਰੋਧ ਵਿੱਚ ਮਸਤ ਹੋ ਗਿਆ। ਕ੍ਰੋਧ ਇੰਨਾ ਜ਼ਿਆਦਾ ਭਾਰੀ ਹੋ ਗਿਆ ਕਿ ਉਹਦੇ ਕੋਲ ਇਹ ਜਰਿਆ ਨਹੀਂ ਗਿਆ ਕਿ ਇਹ ਕਿੱਦਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਹਜੇ ਵੀ ਸਿੱਖ ਹਨ, ਹਜੇ ਵੀ ਸਿੱਖ ਰਾਜ ਕਰ ਰਹੇ ਹਨ। ਉਹਦੇ ਕੋਲ ਇਹ ਗੱਲਾਂ ਜਰੀਆਂ ਨਾ ਗਈਆਂ ਤੇ ਉਹਨੇ ਲਿਆ ਕੇ ਜਲਾਲੂਦੀਨ ਫੌਜ ਦੇ ਦਾਰ ਦੇ ਅਧੀਨ 100 ਸਿਪਾਹੀ ਜਿਹੜੇ ਭੇਜੇ ਹਨ ਦੋਵਾਂ ਸਿੱਖਾਂ ਨੂੰ ਫੜਨ ਵਾਸਤੇ। ਅਸਲ ਤੇ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜ਼ਕਰੀਆ ਖਾਨ ਨੇ ਲਾਹੌਰ ਤੋਂ ਫਿਰ ਫੌਜ ਚੜਾਈ ਹੈ। ਜੋ ਸਿੰਘਨ ਟਿਕ ਪਹੁੰਚੀ ਆਏ। ਜੋ ਸਿੰਘਨ ਟਿਕ ਪਹੁੰਚੀ ਆਏ ਉਹ ਲਾਹੌਰ ਤੋਂ ਫੌਜ ਤੁਰੀ ਹੈ। ਫੌਜ ਜਲਾਲੂਦੀਨ ਦੇ ਅਧੀਨ ਤੇ ਫੌਜ ਜਿਹੜੀ ਪੈਂਡੇ ਨੂੰ ਤੈਅ ਕਰਦਿਆਂ ਹੋਇਆ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਕੋਲ ਪਹੁੰਚ ਗਈ ਹੈ। ਖੜੇ ਸਿੰਘ ਇੱਕ ਥੋਂ ਤਹਿ ਥਾਏ। ਖੜੇ ਸਿੰਘ ਇੱਕ ਥਾਂ ਤੇ ਥਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਇਹ ਦੋਵੇਂ ਜਾਣੇ ਜਿੱਥੇ ਟੈਕਸ ਵਸੂਲ ਰਹੇ ਸਨ ਨੂਰਦੀਨ ਦੀ ਸਰਾਂ ਦੇ ਕੋਲ ਨਾਕਾ ਲਾ ਕੇ, ਉੱਥੇ ਦੋਵੇਂ ਜਾਣਿਆਂ ਦੇ ਵਿੱਚੋਂ ਇੱਕ ਜਾਣਾ ਖਲੋਤਾ ਹੋਇਆ ਹੈ। ਦੂਜੋ ਚੱਲਿਓ ਥੋ ਗਮਨੈ ਦਾਏ। ਦੂਜੋ ਚੱਲਿਓ ਥੋ ਰਮਣੇ ਦਾਏ। ਰਮਣੇ ਤੋਂ ਭਾਵ ਕਿ ਜੰਗਲ ਪਾਣੀ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਜਾਣਾ ਜਿਹੜਾ ਉੱਥੇ ਖਲੋਤਾ ਹੋਇਆ ਨਾਕੇ ਦੇ ਕੋਲ ਤੇ ਦੂਸਰਾ ਸਿੱਖ ਜੰਗਲ ਪਾਣੀ ਜਾਣ ਵਾਸਤੇ ਤਿਆਰ ਹੋ ਰਿਹਾ ਹੈ, ਤਿਆਰ ਹੋ ਕੇ ਜੰਗਲ ਪਾਣੀ ਨੂੰ ਜਾ ਰਿਹਾ ਹੈ। ਦੇਖ ਫੌਜ ਮੁੜ ਆਇਓ ਸੋਏ। ਦੇਖ ਫੌਜ ਮੁੜ ਆਇਓ ਸੋਏ। ਉਹਨੇ ਜਦੋਂ ਫੌਜ ਵੇਖੀ ਉਹਨੇ ਜੰਗਲ ਪਾਣੀ ਵਿੱਚ ਛੱਡ ਦਿੱਤਾ ਕਿ ਉਧਰ ਨੂੰ ਬਾਅਦ ਚ ਹੋਵਾਂਗੇ, ਪਹਿਲਾਂ ਆ ਜਿਹੜੇ ਆ ਰਹੇ ਇਹਨਾਂ ਨਾਲ ਦੋ ਹੱਥ ਕੀਤਾ ਜਾਵੇ। ਫੌਜ ਨੂੰ ਵੇਖਦਿਆਂ ਸਾਰੇ ਦੂਜਾ ਸਿੰਘ ਵੀ ਵਾਪਸ ਮੁੜ ਆਇਆ। ਲਲਕਾਰੋ ਦੀਨ ਗੁਰ ਫਤਿਹ ਬੁਲੋਏ। ਲਲਕਾਰੋ ਦੀਨ ਗੁਰ ਫਤਿਹ ਬੁਲੋਏ। ਦੋਵੇਂ ਸਿੰਘ ਇਕੱਠੇ ਹੋ ਗਏ ਹਨ ਤੇ ਦੋਵੇਂ ਸਿੰਘਾਂ ਨੇ ਇਕੱਠੇ ਹੋ ਕੇ ਲਲਕਾਰ ਕੇ ਪਹਿਲਾਂ ਫਤਿਹ ਬੁਲਾਈ, ਜਕਾਰਾ ਛੱਡਿਆ ਹੈ ਤੇ ਜਕਾਰਾ ਛੱਡ ਕੇ ਕਿਹਾ ਲਲਕਾਰ ਕੇ ਕਿ ਸਾਨੂੰ ਪਹਿਲਾਂ ਟੈਕਸ ਦਵੋ ਫਿਰ ਤੁਹਾਨੂੰ ਅੱਗੇ ਜਾਣ ਦਿੱਤਾ ਜਾਵੇਗਾ। ਉਹਨਾਂ ਜੇ ਤੱਕ ਤੁਹਾਨੂੰ ਜਾਣ ਨਹੀਂ ਦਿੱਤਾ ਜਾਵੇਗਾ ਤੇ ਉਹ ਅੱਗੇ ਕਹਿਣ ਲੱਗੇ ਅਸੀਂ ਫੌਜ ਨਾਲ ਟੈਕਸ ਤਾਰਨ ਵਾਸਤੇ ਨਹੀਂ ਆਏ, ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਤੇ ਦੋਵਾਂ ਸਿੱਖਾਂ ਨੂੰ ਲਾਲੀਆਂ ਚੜ ਗਿਆ ਕਿ ਫੌਜ ਤੱਕ ਜ਼ਕਰੀਆ ਖਾਨ ਤੱਕ ਸੁਨੇਹਾ ਪਹੁੰਚ ਗਿਆ ਹੈ। ਹੁਣ ਇਹ ਜਿਹੜੀ ਗੱਲ ਸਾਰੇ ਜਹਾਨ ਵਿੱਚ ਵੀ ਫੈਲ ਜਾਵੇਗੀ। ਜਿਹੜੇ ਲੋਕ ਸਿੱਖਾਂ ਨੂੰ ਖਾਲਸੇ ਨੂੰ ਗੱਲਾਂ ਕਰ ਰਹੇ ਸਨ ਉਹਨਾਂ ਲੋਕਾਂ ਦੇ ਮੂੰਹ ਹੁਣ ਬੰਦ ਹੋ ਜਾਣਗੇ ਕਿਉਂਕਿ ਲਾਹੌਰ ਤੋਂ ਫੌਜ ਮੁਕਾਬਲਾ ਕਰਨ ਵਾਸਤੇ ਪਹੁੰਚ ਗਈ ਹੈ। ਦੋ ਸਿੰਘ ਭਏ ਤਿਆਰ। ਦੋ ਸਿੰਘ ਭਏ ਤਿਆਰ। ਜਦੋਂ ਫੌਜ ਨੇ ਕਹਿ ਦਿੱਤਾ ਕਿ ਅਸੀਂ ਲੜਨ ਮਰਨ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ ਤੇ ਦੋਵਾਂ ਜਾਣਿਆਂ ਨੇ ਤਿਆਰ ਹੋ ਕੇ ਪੱਗ ਕਮਰ ਕਸੇ ਲਾ ਲਏ ਅਤੇ ਮੋਰਚਿਆਂ ਵਿੱਚ ਤਾਇਨਾਤ ਹੋ ਕੇ ਮੁਕਾਬਲਾ ਕਰਨ ਵਾਸਤੇ ਖੜੇ ਹੋ ਗਏ। ਹੱਥ ਇੱਕ ਸੋਟਾ ਗਲ ਤਲਵਾਰ। ਹੱਥ ਇੱਕ ਸੋਟਾ ਗਲ ਤਲਵਾਰ। ਇੱਕ ਦੇ ਹੱਥ ਸੋਟਾ ਹੈ ਤੇ ਨਾਲ ਤਲਵਾਰ ਹੈ। ਇੱਕ ਦੇ ਹੱਥ ਤਲਵਾਰ ਹੈ ਤੇ ਨਾਲ ਗਾਤਰਾ ਹੈ ਅਤੇ ਇੱਕ ਨਾਲ ਸੋਟਾ ਫੜਿਆ ਹੋਇਆ ਹੈ। ਦੂਜੇ ਹੱਥ ਨੇਜਾ ਇੱਕ ਫਲਾ। ਦੂਜੇ ਹੱਥ ਨੇਜਾ ਇੱਕ ਫਲਾ। ਤੇ ਜਿਹੜਾ ਦੂਸਰਾ ਸਿੱਖ ਹੈ ਉਹਦੇ ਕੋਲ ਇੱਕ ਨੇਜਾ ਹੈ ਤੇ ਦੂਸਰਾ ਫਲਾ ਹੈ। ਦੋਵੇਂ ਜਾਣੇ ਜਿਹੜੇ ਲੜਨ ਮਰਨ ਵਾਸਤੇ ਇਹਨਾਂ ਹਥਿਆਰਾਂ ਦੇ ਨਾਲ ਖੜੇ ਹੋ ਗਏ ਹਨ। ਕਿਲੇ ਬਾਹਰ ਸਿੰਘ ਨਿਕਲ ਖਲਾ। ਕਿਲੇ ਬਾਹਰ ਸਿੰਘ ਨਿਕਲ ਖਲਾ। ਕਿਲੇ ਤੋਂ ਭਾਵ ਕਿ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਲੱਕੜਾਂ ਗੱਡ ਕੇ, ਉਹਨਾਂ ਲੱਕੜਾਂ ਤੋਂ ਕਿਲੇ ਤੋਂ ਬਾਹਰ ਆ ਕੇ ਦੋਵੇਂ ਜਾਣੇ ਫੌਜ ਨੂੰ ਲਲਕਾਰਦੇ ਹਨ। ਤਬ ਤੁਰਕਣਿਓ ਬਚਨ ਪੁਕਾਰੇ। ਤਬ ਤੁਰਕਣ ਜੋ ਬਚਨ ਪੁਕਾਰੇ। ਜਦੋਂ ਫਿਰ ਫੌਜ ਨੂੰ ਇਹਨਾਂ ਦੋਵਾਂ ਸਿੱਖਾਂ ਨੇ ਕਿਹਾ ਟੈਕਸ ਤਾਰੋ ਫਿਰ ਅੱਗੇ ਜਾਣ ਦੇਵਾਂਗੇ,
ਤਾਂ ਅੱਗੇ ਫਿਰ ਫੌਜਦਾਰ ਜਲਾਲੂਦੀਨ ਕਹਿੰਦਾ ਹੈ ਕਿ ਅਸੀਂ ਟੈਕਸ ਤਾਰਨ ਵਾਸਤੇ ਨਹੀਂ ਆਏ, ਅਸੀਂ ਲਾਹੌਰ ਤੋਂ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਲਗਨਾ ਮਰੋ ਸਿੰਘ ਚੱਲ ਹਮ ਨਾਰੇ। ਲਰਨਾ ਮਰੋ ਸਿੰਘ ਚੱਲ ਹਮ ਨਾਰੇ। ਤੇ ਫੌਜਦਾਰ ਜਲਾਲੂਦੀਨ ਕਹਿਣ ਲੱਗਾ, ਬੋਤਾ ਸਿਆ ਤੁਸੀਂ 2 ਜਾਣੇ ਜੇ ਤੇ ਅਸੀਂ 100 ਜਾਣੇ ਹਾਂ, ਅਸੀਂ 100 ਦੇ ਕਰੀਬ ਹਾਂ, ਤੁਹਾਡਾ ਮੁਕਾਬਲਾ ਸਾਡੇ ਨਾਲ ਕਰਨਾ ਔਖਾ ਹੈ ਤੇ ਐਵੇਂ ਭੰਗ ਦੇ ਭਾਣੇ ਵਿੱਚ ਜਾਨ ਨਾ ਗਵਾਓ, ਚੰਗਾ ਇਹਦੇ ਵਿੱਚ ਹੈ ਕਿ ਸਾਡੇ ਨਾਲ ਆਪਣੇ ਆਪ ਤੁਸੀਂ ਲਾਹੌਰ ਦੀ ਧਰਤੀ ਨੂੰ ਤੁਰ ਪਵੋ। ਤੈਨੂੰ ਲੈ ਸੰਗ ਨਵਾਬ ਮਿਲਾਓ। ਤੈਨੂੰ ਲੈ ਸਿੰਘ ਨਵਾਬ ਮਿਲਾਓ, ਕਿਉਂਕਿ ਮੈਂ ਤੈਨੂੰ ਲੈਣ ਵਾਸਤੇ ਆਇਆ ਹਾਂ ਇੰਨੀ ਦੂਰੋਂ, ਤੇ ਜਾ ਕੇ ਨਵਾਬ ਜ਼ਕਰੀਆ ਖਾਨ ਨੂੰ ਬੁਲਾਉਂਗਾ, ਤੈਨੂੰ ਪੇਸ਼ ਕਰੂੰਗਾ। ਜਾ ਬਖਸ਼ੀ ਕਰ ਤੁਝੇ ਛਡਾਓ। ਜਾ ਬਖਸ਼ੀ ਕਰ ਤੁਝੇ ਛਡਾਊ। ਤੇ ਫੌਜਦਾਰ ਕਹਿਣ ਲੱਗਾ, ਬੋਤਾ ਸਿਆ ਜੇ ਤੇ ਆਪਣੇ ਆਪ ਤੁਰ ਪਵੇਂਗਾ ਬਿਨਾਂ ਲੜਾਈ ਤੋਂ, ਬਿਨਾਂ ਝਗੜੇ ਤੋਂ, ਤੈਨੂੰ ਮੈਂ ਉੱਥੇ ਜਾ ਕੇ ਤੇਰੀ ਜਾਨ ਬਖਸ਼ਾ ਦਵਾਂਗਾ। ਮੈਂ ਕਹਿ ਦਵਾਂਗਾ ਕਿ ਇਹਨੇ ਹਥਿਆਰ ਸੁੱਟਦੇ ਆ, ਸਾਡੇ ਨਾਲ ਹੱਥ ਮਿਲਾਉਣ ਵਾਸਤੇ ਰਾਜੀ ਹੈ, ਇਹਨਾਂ ਨੂੰ ਮਾਰਿਆ ਨਾ ਜਾਵੇ, ਇਹਨਾਂ ਨੂੰ ਸਗੋਂ ਮਾਫ ਕਰਕੇ ਇਹਨਾਂ ਨੂੰ ਸਰਕਾਰ ਵੱਲੋਂ ਇਨਾਮ ਦਿੱਤਾ ਜਾਵੇ। ਮੈਂ ਤੇਰੀ ਸਿਫਾਰਿਸ਼ ਕਰ ਦਵਾਂਗਾ, ਤੇਰੀ ਜਾਨ ਬਖਸ਼ੀ ਜਾਵੇਗੀ ਤੇ ਤੂੰ ਚੁੱਪ ਕਰਕੇ ਸਾਡੇ ਨਾਲ ਚੱਲਣ ਵਾਸਤੇ ਤਿਆਰ ਹੋ ਜਾ। ਸਿੰਘ ਕਹੀ ਹਮ ਕਬ ਜਾਨ ਬਚਾਵੇ। ਸਿੰਘ ਕਹੀ ਹਮ ਕਬ ਜਾਨ ਬਚਾਵੇ। ਫਿਰ ਅੱਗੇ ਉਹ ਬੋਤਾ ਸਿੰਘ ਲਲਕਾਰ ਕੇ ਜਵਾਬ ਦਿੰਦਾ ਹੈ ਫੌਜਦਾਰ ਨੂੰ ਕਿ ਜਲਾਲੂਦੀਨ ਅਸੀਂ ਕਦੋਂ ਜਾਨੀ ਦੀ ਪਰਵਾਹ ਕਰਨ ਲੱਗੇ, ਅਸੀਂ ਤੇ ਮਰਨ ਨੂੰ ਜਿਹੜਾ ਵਾ ਤਰਜੀਹ ਦਿੰਦੇ ਹਾਂ, ਸਾਨੂੰ ਜਾਨ ਦੀ ਪਰਵਾਹ ਨਹੀਂ। ਤੇ ਆ ਜਾਨ ਦੇ ਜਿਹੜੇ ਲਾਲਚ ਸਾਨੂੰ ਦੇ ਰਿਹਾ ਵਾ, ਇਹ ਜਿਹੜੇ ਗੱਲਾਂ ਜਿਹੜੀਆਂ ਸਾਡੇ ਨਾਲ ਕਰ ਰਿਹਾ ਵਾ, ਇਹਨਾਂ ਗੱਲਾਂ ਦਾ ਸਾਡੇ ਉਸ ਉੱਤੇ ਕੋਈ ਅਸਰ ਨਹੀਂ ਹੋਣਾ। ਹਮ ਤੋਂ ਮਰਨਾ ਆਪ ਤਕਾਵੇ। ਹਮ ਤੋਂ ਮਰਨਾ ਆਪ ਤਕਾਵੇ। ਅਸੀਂ ਤੇ ਆਪ ਮਰਨ ਵਾਸਤੇ ਇੱਥੇ ਖੜੇ ਹੋਏ ਹਾਂ, ਕਿਉਂਕਿ ਜੇ ਸਾਨੂੰ ਜ਼ਿੰਦਗੀ ਪਿਆਰੀ ਹੁੰਦੀ ਤਾਂ ਫਿਰ ਅਸੀਂ ਲੁੱਕ ਛਿਪ ਕੇ ਦਿਨ ਕੱਟੀ ਜਾਣੇ ਸਨ, ਪਰ ਸਾਨੂੰ ਮੌਤ ਪਿਆਰੀ ਹੈ ਤੇ ਮੌਤ ਨੂੰ ਗਲੇ ਨਾਲ ਲਾਉਣ ਕਰਕੇ ਤੁਹਾਨੂੰ ਚਿੱਠੀ ਲੈ ਕੇ ਭੇਜੀਏ। ਤੁਸੀਂ ਨਹੀਂ ਇੱਥੇ ਆਏ, ਤੁਹਾਨੂੰ ਇੱਥੇ ਮੰਗਾਇਆ ਗਿਆ ਹੈ ਕਿ ਖਾਲਸਾ ਰਾਜ ਕਰ ਰਿਹਾ, ਆ ਕੇ ਵੇਖ ਸਕਦੇ ਜੇ, ਤੁਹਾਡਾ ਭੁਲੇਖਾ ਨਾ ਰਵੇ ਕਿ ਸਾਡਾ ਰਾਜ ਹੈ। ਅਸੀਂ ਤੁਹਾਨੂੰ ਚਿੱਠੀ ਦੇ ਕੇ ਇੱਥੇ ਬੁਲਾਇਆ ਹੈ, ਨਾ ਕਿ ਤੁਸੀਂ ਆਪਣੇ ਆਪ ਇੱਥੇ ਆਏ ਜੇ। ਹਮ ਤੋਂ ਮਰਨਾ ਆਪ ਤਕਾਵੇ। ਅਸੀਂ ਤੇ ਆਪਣੇ ਆਪ ਨੂੰ ਮਾਰਨ ਵਾਸਤੇ ਤੁਹਾਨੂੰ ਇੱਥੇ ਸੱਦਿਆ ਹੈ। ਹਮ ਸੋ ਲੜਨਾ ਝੱਪ ਕਰੋ ਘੋੜੇ ਤੇ ਉਤਰ ਆਏ। ਹਮ ਤੋਂ ਲੜਨਾ ਝੱਪ ਕਰੋ ਘੋੜੇ ਤੇ ਉਤਰ ਆਏ। ਅੱਗੇ ਉਹ ਬੋਤਾ ਸਿੰਘ ਕਹਿੰਦਾ, ਫੌਜਦਾਰਾ ਐਵੇਂ ਘੋੜੇ ਤੇ ਬੈਠਾ ਸਾਡੇ ਨਾਲ ਗੱਲਾਂ ਕਰਕੇ ਟਾਈਮ ਨਾ ਖਰਾਬ ਕਰੀ ਜਾ, ਚੁੱਪ ਕਰਕੇ ਘੋੜੇ ਤੋਂ ਥੱਲੇ ਉਤਰ ਤੇ ਸਾਡੇ ਨਾਲ ਮੁਕਾਬਲਾ ਕਰ। ਮੁਕਾਬਲਾ ਕਰਕੇ ਸਾਨੂੰ ਤੂੰ ਖੜ ਸਕਦਾ ਹੈ ਤੇ ਲੈ ਜਾ, ਹਰਾ ਕੇ ਖੜ ਸਕਦਾ ਲੈ ਜਾ, ਵਰਨਾ ਜਿੰਦਿਆਂ ਜੀ ਜਾਂ ਜਿੰਨਾ ਚਿਰ ਤੱਕ ਅਸੀਂ ਹਾਰਦੇ ਨਹੀਂ ਹਾਂ ਉਹਨਾਂ ਚਿਰ ਤੱਕ ਤੂੰ ਸਾਨੂੰ ਖੜ ਨਹੀਂ ਸਕਦਾ। ਸਾਨੂੰ ਮਾਰ ਕੇ ਲੈ ਜਾਵੇ, ਸਾਡੇ ਸਰੀਰ ਨੂੰ ਲੈ ਜਾਵੇ ਇਕੱਲੇ ਨੂੰ ਉਹ ਵੱਖਰੀ ਗੱਲ ਹੈ, ਪਰ ਜਿੰਨਾ ਚਿਰ ਤੱਕ ਸਾਡੇ ਅੰਦਰ ਸਵਾਸ ਹਨ ਉਹਨਾਂ ਚਿਰ ਤੱਕ ਤੂੰ ਸਾਨੂੰ ਇੱਥੋਂ ਨਹੀਂ ਖੜ ਸਕਦਾ। ਤੁਮ ਹਥਿਆਰ ਸੋ ਹੱਥ ਰੱਖੋ ਹਮ ਸੋਟੇ ਲਾਵੇ ਧਾਏ। ਤੁਮ ਹਥਿਆਰ ਸੋ ਹੱਥ ਰੱਖੋ ਹਮ ਸੋਟੇ ਲਾਵੇ ਧਾਏ। ਅੱਗੇ ਉਹ ਫੌਜਦਾਰ ਕਹਿਣ ਲੱਗਾ, ਬੋਤਾ ਸਿਆ ਸਾਡੇ ਕੋਲ ਹਥਿਆਰ ਵੇ ਕਿੰਨੇ ਪ੍ਰਕਾਰ ਦੇ ਹਨ ਤੇ ਕਿੰਨੇ ਜ਼ਬਰਦਸਤ ਹਨ, ਇਹਨਾਂ ਹਥਿਆਰਾਂ ਅੱਗੇ ਤੁਹਾਡੀ ਕੀ ਪੇਸ਼ ਚੱਲਣੀ ਹੈ। ਤੇ ਬੋਤਾ ਸਿੰਘ ਕਹਿਣ ਲੱਗਾ, ਫੌਜਦਾਰਾ ਜਿਹੜੇ ਹਥਿਆਰ ਵਰਤਨੇ ਆ ਤੂੰ ਵਰਤਣਾ, ਸਾਨੂੰ ਸਾਡੀਆਂ ਡਾਂਗਾਂ ਤੇ ਭਰੋਸਾ ਹੈ, ਸਾਨੂੰ ਸਾਡੇ ਕਲਗੀਧਰ ਦੀ ਬਖਸ਼ੀ ਕਿਰਪਾਨ ਤੇ ਭਰੋਸਾ ਹੈ, ਸਾਡੇ ਕੋਲ ਇਹੋ 2 ਹਥਿਆਰ ਹੀ ਵਾਧੂ ਆ। ਅਸੀਂ ਇਹਨਾਂ 2 ਹਥਿਆਰਾਂ ਨਾਲ ਤੁਹਾਡੀ ਪੇਸ਼ ਨਹੀਂ ਚੱਲਣ ਦੇਣੀ। ਤੁਸੀਂ ਜਿਹੜਾ ਹਥਿਆਰ ਸਾਡੇ ਤੇ ਵਰਤਣਾ ਚਾਹੁੰਦੇ ਜੇ ਉਹ ਵਰਤ ਸਕਦੇ ਜੇ, ਅਸੀਂ ਜਿਹੜਾ ਤੁਹਾਡੇ ਤੋਂ ਡਰਨ ਵਾਲੇ ਨਹੀਂ ਤੇ ਨਾ ਪਛਾਣ ਹੋਣ ਵਾਲੇ ਹਾਂ। ਦੇਖੋ ਸੋਟੇ ਸੇ ਕਿਆ ਹਮ ਤੇ ਸਰੇ। ਦੇਖੋ ਸੋਟੇ ਸੋ ਕਿਆ ਹਮ ਤੇ ਸਰੇ। ਨਾਲੇ ਤੁਸੀਂ ਆਪ ਵੇਖ ਲਿਓ ਕਿ ਤੁਹਾਡੇ ਹਥਿਆਰਾਂ ਦੇ ਤੁਹਾਨੂੰ ਮਾਣ ਹੈ ਜਾਂ ਸਾਡੇ ਸੋਟਿਆਂ ਤੇ ਸਾਨੂੰ ਮਾਣ ਹੈ। ਜਦੋਂ ਅਸੀਂ ਤੁਹਾਡੇ ਤੇ ਸੋਟੇ ਵਰਾਵਾਂਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਵਾਕਈ ਸੋਟੇ ਸੋਟੇ ਹੁੰਦੇ ਹਨ। ਐਵੇਂ ਜਿਹੜਾ ਵਾ ਇਹਨਾਂ ਹਥਿਆਰਾਂ ਦਾ ਅਸੀਂ ਮਾਣ ਕਰਕੇ ਬੈਠੇ ਸਾਂ। ਕਿਆ ਕਿਆ ਹਿੰਮਤ ਹਮ ਤੁਮ ਕਰੇ। ਕਿਆ ਕਿਆ ਹਿੰਮਤ ਹਮ ਤੁਮ ਕਰੇ। ਤੁਹਾਡੇ ਵਿੱਚ ਕਿੰਨੀ ਹਿੰਮਤ ਹੈ, ਤੁਹਾਡੇ ਹਥਿਆਰਾਂ ਵਿੱਚ ਕਿੰਨਾ ਦਮ ਹੈ।
ਸਾਡੇ ਵਿੱਚ ਕਿੰਨੀ ਹਿੰਮਤ ਹੈ ਤੇ ਸਾਡੇ ਹਥਿਆਰਾਂ ਵਿੱਚ ਕਿੰਨੀ ਹਿੰਮਤ ਹੈ। ਇਹ ਗੱਲਾਂ ਬਾਤਾਂ ਦੇ ਨਾਲ ਨਹੀਂ ਪਤਾ ਲੱਗਣੀ, ਇਹ ਤੇ ਮੈਦਾਨੇ ਜੰਗ ਦੇ ਵਿੱਚ ਪਤਾ ਲੱਗਣਾ ਹੈ ਕਿ ਤੁਹਾਡੇ ਕੋਲ ਕਿੰਨੀ ਹਿੰਮਤ ਹੈ ਤੇ ਸਾਡੇ ਕੋਲ ਕਿੰਨੀ ਹਿੰਮਤ ਹੈ। फिर तुर्क कहे चल हमारे साथ, ਫਿਰ ਤੁਰਕ ਕਹੇ ਚੱਲ ਹਮਰੇ ਸਾਥ। ਅੱਗੇ ਫਿਰ ਫੌਜਦਾਰ ਕਹਿਣ ਲੱਗਾ ਨਹੀਂ ਬੋਤਾ ਸਿਆ, ਲੜਾਈ ਵਿੱਚ ਕੋਈ ਫਾਇਦਾ ਨਹੀਂ ਹੈ, ਤੁਸੀਂ ਹਾਰ ਜਾਣਾ ਹੈ, ਤੁਹਾਨੂੰ ਜ਼ਖਮ ਜਿਹੜੇ ਸਰੀਰ ਤੇ ਝੱਲਣੇ ਪੈਣੇ ਹਨ, ਪੀੜਾ ਉੱਠੇਗੀ। ਇਸ ਕਰਕੇ ਬਿਹਤਰ ਇਹੋ ਹੈ ਕਿ ਤੂੰ ਚੁੱਪ ਕਰਕੇ ਬਿਨਾਂ ਲੜਾਈ ਤੋਂ ਬਿਨਾਂ ਜ਼ਖਮਾਂ ਤੋਂ ਸਾਡੇ ਨਾਲ ਤੁਰ ਪਾ। हम तुम्हें करावे कचहरी बात, ਹਮ ਤੁਮੇ ਕਰਾਵੇ ਕਚਹਿਰੀ ਬਾਤ, ਕਿਉਂਕਿ ਅਸੀਂ ਤੈਨੂੰ ਇੱਥੋਂ ਫੜਨਾ ਹੈ ਤੇ ਬਹਾਦਰ ਸ਼ਾਹ ਖਾਨ ਬਹਾਦਰ ਦੀ ਕਚਹਿਰੀ ਦੇ ਵਿੱਚ ਤੈਨੂੰ ਜਾ ਕੇ ਪੇਸ਼ ਕਰਨਾ ਹੈ। सिंह कहे हम तुम क्या गल, ਸਿੰਘ ਕਹੇ ਹਮ ਤੁਮ ਕਿਆ ਗੱਲ, ਕਿ ਉਹ ਸਿੰਘ ਕਹਿਣ ਲੱਗੇ ਕਿ ਇਦਾਂ ਗੱਲਬਾਤ ਦੇ ਨਾਲ ਤੁਸੀਂ ਸਾਨੂੰ ਨਹੀਂ ਖੜ ਸਕਦੇ ਤੇ ਨਾ ਹੀ ਗੱਲਾਂ ਦੇ ਨਾਲ ਅਸੀਂ ਤੁਹਾਡੇ ਨਾਲ ਜਾਣਾ ਹੈ। ਜੇ ਸਾਨੂੰ ਖੜਨਾ ਹੈ ਤਾਂ ਮੁਕਾਬਲਾ ਕਰਕੇ ਲੈ ਜਾਓ ਜੇ ਖੜ ਸਕਦੇ ਜੇ, ਵਰਨਾ ਤੁਹਾਡੀ ਕੀ ਔਕਾਤ ਹੈ, ਤੁਹਾਡੀ ਕੀ ਹਿੰਮਤ ਹੈ ਕਿ ਸਾਨੂੰ ਤੁਸੀਂ ਜਿੰਦਿਆਂ ਕਚਹਿਰੀ ਦੇ ਵਿੱਚ ਖੜ ਸਕੋ। करे कचहरी अगे सो चल, ਕਰੇ ਕਚਹਿਰੀ ਅੱਗੇ ਸੋ ਚੱਲ। ਨਾਲੇ ਜਿਹੜੀਆਂ ਕਚਹਿਰੀਆਂ ਦੀ ਤੁਸੀਂ ਗੱਲ ਕਰਦੇ ਜੇ, ਇਹਨਾਂ ਕਚਹਿਰੀਆਂ ਦੀ ਅਸੀਂ ਕਦੀ ਪ੍ਰਵਾਹ ਕੀਤੀ ਨਹੀਂ ਹੈ, ਕਿਉਂਕਿ ਸਾਨੂੰ ਤੇ ਇੱਕੋ ਕਚਹਿਰੀ ਦਾ ਪਤਾ ਹੈ, ਉਹ ਹੈ ਸੱਚੇ ਪਾਤਸ਼ਾਹ ਦੀ ਕਚਹਿਰੀ, ਜਿੱਥੇ ਦਰਬਾਰ ਸੱਚਾ ਲੱਗਾ ਹੋਇਆ ਹੈ, ਜਿੱਥੇ ਅਨਿਆਂ ਸੱਚ ਦਾ ਹੁੰਦਾ ਹੈ, ਜਿੱਥੇ ਗੱਲ ਸੱਚ ਦੀ ਕੀਤੀ ਜਾਂਦੀ ਹੈ, ਉੱਥੇ ਝੂਠੇ ਨੂੰ ਤੇ ਥਾਂ ਮਿਲਦੀ ਕੋਈ ਨਹੀਂ, ਸਗੋਂ ਉੱਥੇ ਸੱਚੋ ਹੀ ਸੱਚ ਨਿਬੜੈ। ਜਦ ਵਕ ਕੱਢੇ ਜਮਾਲਿਆ, ਸਾਨੂੰ ਤੇ ਆਪਣੇ ਵਾਹਿਗੁਰੂ ਦੀ ਕਚਹਿਰੀ ਦਾ ਭਰੋਸਾ ਹੈ ਤੇ ਉੱਥੇ ਜਾ ਕੇ ਅਸੀਂ ਜਿਹੜਾ ਪੇਸ਼ ਹੋਵਾਂਗੇ। ਆ ਦੁਨਿਆਵੀ ਕਚਹਿਰੀਆਂ ਦੇ ਸਾਨੂੰ ਡਰਾਵੇ ਨਾ ਦੇ, ਇਹਨਾਂ ਕਚਹਿਰੀਆਂ ਦੇ ਵਿੱਚ ਨਾ ਅਸੀਂ ਕਦੀ ਗਏ ਹਾਂ ਤੇ ਨਾ ਹੀ ਅਸੀਂ ਹੁਣ ਜਾਣਾ ਹੈ। करे कचहरी अगे सो चल, हम तुम सो अब शस्त्रन मेल, ਹਮ ਤੁਮ ਸੋ ਅਬ ਸ਼ਸਤਰਨ ਮੇਲ। ਐਵੇਂ ਹੁਣ ਗੱਲਾਂ ਨਾ ਸਮਾਂ ਨਾ ਬਰਬਾਦ ਕਰ, ਆਪਾਂ ਇੱਕ ਦੂਜੇ ਦੇ ਸ਼ਸਤਰਾਂ ਦੇ ਨਾਲ ਮੇਲ ਕਰਾਈਏ ਤੇ ਪਤਾ ਲੱਗ ਜਾਵੇ ਕਿ ਕਿਹੜਾ ਕਿਹਨੂੰ ਹਰਾਉਂਦਾ ਹੈ। छोटे टेम मिलावे सेल, ਛੋਟੇ ਢੀਮੇ ਮਲਾਵੇ ਸ਼ੇਰ, ਛੋਟਿਆਂ ਨਾਲ ਢੀਮਾ ਸੇਲਿਆਂ ਤਲਵਾਰਾਂ ਸਰੋਤਰਾਂ ਦੇ ਨਾਲ ਆਪਾਂ ਮੁਕਾਬਲਾ ਕਰਕੇ ਵੇਖ ਲਈਏ। हम आवत है पास तुम कहियो न खबर हम कीन, ਹਮ ਆਵਤ ਹੈ ਪਾਸ ਤੁਮ ਕਹਿਓ ਨਾ ਖਬਰ ਹਮ ਕੀਨ। ਭਾਈ ਬੋਤਾ ਸਿੰਘ ਅੱਗੇ ਕਹਿਣ ਲੱਗਾ ਫੌਜਦਾਰਾ, ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਜਿਆ ਹੋਇਆ ਖਾਲਸਾ ਹੈ ਤੇ ਖਾਲਸਾ ਕਦੀ ਪਹਿਲਾਂ ਕਿਸੇ ਦੇ ਵਾਰ ਨਹੀਂ ਕਰਦਾ। ਮੈਂ ਤੈਨੂੰ ਮੌਕਾ ਦਿੰਦਾ, ਆਪਣਾ ਤੂੰ ਵਾਰ ਕਰ ਸਕਦਾ ਵਾ। ਮੁੜ ਕੇ ਇਹ ਨਾ ਕਹੀ ਕਿ ਮੈਨੂੰ ਵਾਰ ਕਰਨ ਦਾ ਜਿਹੜਾ ਵਾ ਮੌਕਾ ਨਹੀਂ ਮਿਲਿਆ, ਮੈਨੂੰ ਵਾਰ ਨਹੀਂ ਕਰਨ ਦਿੱਤਾ, ਮੈਂ ਪਹਿਲਾਂ ਵਾਰ ਕਰਨਾ ਸੀ। ਮੈਂ ਤੈਨੂੰ ਵਾਰ ਕਰਨ ਦਾ ਮੌਕਾ ਦਿੰਦਾ ਵਾ ਤੇ ਜੇ ਤੂੰ ਵਾਰ ਨਾ ਕੀਤਾ ਫਿਰ ਮੈਂ ਵਾਰ ਕਰਾਂਗਾ ਤੇ ਤੇਰੀ ਮਨ ਦੀ ਜਿਹੜੀ ਗੱਲ ਹੈ ਉਹ ਮਨ ਦੇ ਵਿੱਚ ਰਹਿ ਜਾਵੇਗੀ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਅਤੇ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਵਿੱਚ ਵੀ ਲਿਖਦੇ ਹਨ ਕਿ ਫੌਜਦਾਰ ਨੇ ਜਦੋਂ ਬੋਤਾ ਸਿੰਘ ਦੀਆਂ ਅਜਿਹੀਆਂ ਗੱਲਾਂ ਸੁਣੀਆਂ ਤੇ ਫੌਜਦਾਰ ਨੇ ਫਿਰ ਆਪਣੇ ਕੁਝ ਸਿਪਾਹੀ ਭੇਜੇ ਹਨ, ਕਿਉਂਕਿ ਭਾਈ ਬੋਤਾ ਸਿੰਘ ਜੀ ਕਹਿ ਲਗੇ ਤੂੰ ਜਿਹੜੇ ਸਿਪਾਹੀ ਭੇਜਨੇ ਹਨ, ਜਿੰਨੇ ਭੇਜਨੇ ਭੇਜੀ ਚੱਲ। ਤੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ 2 ਦੇ ਬਦਲੇ 4 ਆਏ ਹਨ। ਪਹਿਲਾਂ 4 ਸਿਪਾਹੀ ਆਏ ਹਨ ਦੋਵਾਂ ਜਾਣਿਆਂ ਨੂੰ ਫੜਨ ਵਾਸਤੇ, ਤੇ ਦੋਵਾਂ ਜਾਣਿਆਂ ਨੇ 1-2 ਸਕਿੰਟਾਂ ਦੇ ਵਿੱਚ 1-2 ਮਿੰਟਾਂ ਦੇ ਵਿੱਚ ਦੋਵਾਂ ਚੌਵਾਂ ਜਾਣਿਆਂ ਨੂੰ ਢੇਰੀ ਕਰ ਦਿੱਤਾ ਹੈ। ਫਿਰ 2 ਦੇ ਬਦਲੇ 8 ਜਾਣੇ ਆਏ ਹਨ। 8 ਜਾਣਿਆਂ ਨੂੰ ਵੀ ਨੀਂਦ ਸਵਾ ਦਿੱਤਾ ਹੈ, ਥੱਲੇ ਲੰਮੇ ਪਾ ਦਿੱਤਾ ਹੈ। ਫਿਰ ਤੀਸਰੀ ਵਾਰੀ ਜਿਹੜੇ ਫਿਰ 8 ਜਾਣੇ ਆਏ ਹਨ ਤੇ ਉਹਨਾਂ 8 ਜਾਣਿਆਂ ਨੂੰ ਵੀ ਧਰਤੀ ਤੇ ਲੰਮੇ ਪਾ ਦਿੱਤਾ। ਜਦੋਂ ਏਦਾਂ ਹੋਇਆ ਤੇ ਫਿਰ ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ, ਫਿਰ ਫੌਜ ਨੇ ਇੱਕੇ ਵਾਰੀ ਸਾਰਾ ਹਮਲਾ ਕੀਤਾ ਕਿ ਇਹਦਾ 2-2 4 8-8 ਕੇ ਕਰਕੇ ਘਲਾਵਾਂਗੇ ਤਾਂ ਸਾਡੇ ਕੋਈ 100 ਸਿਪਾਹੀ ਇਹ ਖਤਮ ਕਰ ਦੇਣਗੇ। ਇਸ ਕਰਕੇ ਇੱਕੇ ਵਾਰੀ ਹਮਲਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਨੂੰ ਜਿੰਦਿਆਂ ਜੀ ਜਿਹੜਾ ਪੇਸ਼ ਕੀਤਾ ਜਾਵੇ। ਹਮ ਆਵਤ ਹੈ ਪਾਸ ਤੁਮ ਕਹਿਓ ਨਾ ਖਬਰ ਹਮ ਕੀਮ। ਭਾਈ ਬੋਤਾ ਸਿੰਘ ਜੀ ਕਹਿੰਦੇ ਫੌਜਦਾਰਾ
ਤੂੰ ਆਪੇ ਆ ਜਾਵੇਗਾ ਤੇ ਚੰਗੀ ਗੱਲ ਹੈ, ਮੌਕਾ ਦਿੰਨਾ ਹਾਂ। ਤੇ ਜੇ ਮੈਂ ਆ ਗਿਆ ਮੁੜ ਕੇ ਨਾ ਆਖੀ ਕਿ ਮੈਨੂੰ ਮੌਕਾ ਨਹੀਂ ਮਿਲਿਆ, ਮੈਂ ਵਾਰ ਪਹਿਲਾਂ ਕਰਨਾ ਸੀ। ਦੌੜ ਕਰੀ ਤਿਨ ਸ਼ੇਰ ਜਿਉ ਖੜੋ ਤਹਾਂ ਜਾ ਲੀਨ। ਦੌੜ ਕਰੇ ਤਿਨ ਸ਼ੇਰ ਜਿਉ ਖੜੋ ਤਹਾਂ ਜੋ ਲੀਨ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਕਈਆਂ ਨੂੰ ਧਰਤੀ ਤੇ ਡੇਗ ਲਿਆ ਹੈ। ਤੇ ਜਦੋਂ ਫੌਜ ਭੱਜ ਕੇ ਆਈ, ਇਹਨਾਂ ਨੇ ਵੀ ਸ਼ੇਰ ਦੇ ਵਾਂਗੂ ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਪੈਂਦਾ ਹੈ, ਇਹਨਾਂ ਦੋਵਾਂ ਜਾਣਿਆਂ ਨੇ ਪਿੱਠਾਂ ਜੋੜ ਲਈਆਂ। ਇੱਕ ਦੂਜੇ ਵੱਲ ਜਿਹੜਾ ਵਾ ਆਪਣਾ ਦੋਵਾਂ ਲੱਕ ਇਕੱਠਾ ਕਰ ਲਿਆ ਹੈ ਤੇ ਚੌਵੇਂ ਬੰਨਿਆਂ ਤੋਂ ਫੌਜ ਨੇ ਹਮਲਾ ਕੀਤਾ। ਤੇ ਇਹਨਾਂ ਨੇ ਅਜਿਹਾ ਵਾਰ ਕੀਤਾ, ਅਜਿਹੇ ਉੱਥੇ ਜ਼ੋਰ ਵਿਖਾਏ ਕਿ ਫੌਜ ਦੇ ਪੈਰ ਹਿਲਾ ਕੇ ਰੱਖ ਦਿੱਤੇ। ਫੌਜਦਾਰ ਆਪਣੀ ਜਾਨ ਬਚਾਉਣ ਦੇ ਲਈ ਪਿੱਛੇ ਹਟਿਆ ਹੈ। ਤੇ ਗਿਆਨੀ ਗਿਆਨ ਸਿੰਘ ਕਹਿੰਦੇ, ਜਦੋਂ ਇੱਕ ਗਿਆਨੀ ਗਿਆਨ ਸਿੰਘ ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਹਨ, ਜਦੋਂ ਇੱਕ ਵਾਰੀ ਫੌਜ ਦੇ ਪੈਰ ਹਿੱਲ ਗਏ ਤੇ ਫੌਜ ਜਿਹੜੀ ਆਪਣੀ ਜਾਨ ਬਚਾਉਣ ਵਾਸਤੇ ਪਿੱਛੇ ਨੂੰ ਭੱਜਣ ਲੱਗੀ। ਪਰ ਫਿਰ ਖਿਆਲ ਆਇਆ ਕਿ ਅਸੀਂ ਜਿਆਦੇ ਜਾਣੇ, ਇਹ ਦੋ ਜਾਣੇ ਹਨ, ਦੂਰੋਂ ਮੁਕਾਬਲਾ ਕਰਦੇ ਹਨ, ਤੀਰ ਚਲਾਉਂਦੇ ਹਨ, ਗੋਲੀਆਂ ਚਲਾਉਂਦੇ ਹਨ। ਤੇ ਇਹ ਦੋਵੇਂ ਜਾਣੇ ਕਿਵੇਂ ਫਿਰ ਮੁਕਾਬਲਾ ਕਰਦੇ ਹਨ। ਤੇ ਮੁਕਾਬਲਾ ਕਰਦਿਆਂ ਕਈਆਂ ਨੂੰ ਮੌਤ ਦੀ ਨੀਂਦ ਸਵਾਉਂਦੇ ਹਨ, ਕਈਆਂ ਨੂੰ ਜ਼ਖਮੀ ਕਰਦੇ ਹਨ ਤੇ ਅੰਤ ਕਿਵੇਂ ਫਿਰ ਸ਼ਹਾਦਤ ਦਾ ਜਾਮ ਪੀਂਦੇ ਹਨ। ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।